ਆਓ ਸਤਿਗੁਰੂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 26 ਅਰਦਾਸਾਂ ਜੋ ਹੋਰ ਰਹਿੰਦੀਆਂ ਸਨ, ਸਤਿਗੁਰੂ ਜੀ ਨੇ ਉਹ ਵੀ ਕਹੀਆਂ ਹਨ। ਗੁਰੂ ਚਰਨਾਂ ਵਿੱਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਨਾ, ਕੀਤੀ ਹੋਈ ਅਰਦਾਸ ਦੇ ਉੱਤੇ ਭਰੋਸਾ ਰੱਖਣਾ, ਸ਼ਰਧਾ ਰੱਖਣੀ। ਸੱਚੇ ਪਾਤਸ਼ਾਹ ਮਹਾਰਾਜ ਉਸ ਕੀਤੀ ਹੋਈ ਅਰਦਾਸ ਨੂੰ ਸਫਲ ਕਰ ਦਿੰਦੇ ਹੈ। ਮੰਗੇ ਹੋਏ ਪਦਾਰਥ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਭਾਵਨਾ ਸਹਿਤ ਪੂਰੀਆਂ ਕਰ ਦਿੰਦੇ ਹੈ, ਬਖਸ਼ਿਸ਼ ਕਰ ਦਿੰਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ 101 ਅਰਦਾਸਾਂ ਦੇ ਕਰਨ ਦਾ ਹੁਣ ਫਲ ਦੱਸਦੇ ਹਨ। ਜਿਹੜਾ ਸਿੱਖ ਇਹਨਾਂ ਅਰਦਾਸਾਂ ਨੂੰ ਕਰਦਾ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰੂ ਸਾਹਿਬ ਜੀ ਤੋਂ ਇਹ ਕੁਝ ਮੰਗਦਾ ਹੈ, ਕਿਉਂਕਿ ਜਿਵੇਂ ਬੱਚੇ ਨੂੰ ਆਪਣੇ ਭਲੇ ਵਾਸਤੇ ਮੰਗਣ ਦੀ ਜਾਚ ਨਹੀਂ ਹੁੰਦੀ, ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਕਿਹੜੀ ਚੀਜ਼ ਵਿੱਚ ਮੇਰਾ ਭਲਾ ਹੈ ਤੇ ਮੈਨੂੰ ਉਹ ਮੰਗਣੀ ਚਾਹੀਦੀ ਹੈ, ਪਰ ਬੱਚਾ ਨੁਕਸਾਨਦਾਈ ਚੀਜ਼ਾਂ ਨੂੰ ਜ਼ਿਆਦਾ ਮੰਗਦਾ ਹੈ, ਜਿਸ ਨਾਲ ਉਸ ਦਾ ਨੁਕਸਾਨ ਹੋਣਾ ਹੋਵੇ। ਸਾਡੀ ਵੀ ਬਿਰਤੀ ਐਸੀ ਬਾਲਕਾਂ ਵਾਲੀ ਹੋਣ ਕਰਕੇ ਜਿਨ੍ਹਾਂ ਚੀਜ਼ਾਂ ਨਾਲ ਸਾਨੂੰ ਲਾਭ ਹੋਣਾ ਉਹ ਸਤਿਗੁਰੂ ਤੋਂ ਅਸੀਂ ਮੰਗਦੇ ਨਹੀਂ, ਜਿਨ੍ਹਾਂ ਨਾਲ ਸਾਨੂੰ ਨੁਕਸਾਨ ਹੋਣਾ ਹੋਵੇ ਉਹਨਾਂ ਚੀਜ਼ਾਂ ਨੂੰ ਅਸੀਂ ਮੰਗਦੇ ਹਾਂ। ਫਿਰ ਸੱਚੇ ਪਾਤਸ਼ਾਹ ਮਹਾਰਾਜ ਇਸ ਕਰਕੇ ਸਾਨੂੰ ਮੰਗਣ ਦੀ ਵੀ ਜਾਚ ਦੱਸਦੇ ਹੈ। ਇਹ 101 ਅਰਦਾਸਾਂ ਸਤਿਗੁਰੂ ਨੇ ਸਾਨੂੰ ਇਸੇ ਕਰਕੇ ਬਖਸ਼ਿਸ਼ ਕੀਤੀਆਂ ਨੇ। ਆਓ ਸਰਵਣ ਕਰੀਏ ਮਹਾਰਾਜ ਜੀ ਕੀ ਫਲਾਦੇਸ਼ ਦੱਸਦੇ ਹਨ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਰਧਾ ਧਿਆਨ ਨਾਲ ਬਿਰਤੀ ਜੋੜਦਿਆਂ ਹੋਇਆਂ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। 101 ਅਰਦਾਸ ਕਰ 100 ਵਰਸਾਂ ਕੇ ਦੁਖ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਸੰਬਰ ਦਾਸ 101 ਅਰਦਾਸ ਕਰਨ ਦੇ ਨਾਲ ਇੱਕ ਜਨਮ ਦੇ ਨਹੀਂ 100 ਜਨਮਾਂ ਦੇ ਦੋਸ਼ ਅਸੀਂ ਮਾਫ ਕਰ ਦਿਆਂਗੇ। 100 ਜਨਮਾਂ ਦੇ ਕੀਤੇ ਹੋਏ ਪਾਪ ਨਸ਼ਟ ਹੋ ਕੇ ਡਿੱਗ ਜਾਣਗੇ। ਜੇ ਇਹ 101 ਅਰਦਾਸ ਸਿੱਖ ਕਰੇਗਾ ਭਾਵਨਾ ਨਾਲ, ਸ਼ਰਧਾ ਨਾਲ, ਪਿਛਲੇ 100 ਜਨਮਾਂ ਵਿੱਚ ਕੀਤੇ ਹੋਏ ਪਾਪ ਖਤਮ ਹੋ ਜਾਣਗੇ। ਗੁਰੂ ਗਵਾਏ ਸਿੱਖ ਕੀ ਪਾਵੈ ਗੁਰ ਪਦ ਮੁਖ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਭਾਵਨਾ ਨਾਲ ਅਰਦਾਸ ਕਰੇਗਾ ਸਿੱਖ, ਗੁਰੂ ਸਾਹਿਬ ਜੀ ਸਿੱਖ ਦੇ ਸਾਰੇ ਹੀ ਪਾਪ ਗਵਾ ਦੇਣਗੇ ਤੇ ਉਹ ਸਿੱਖ ਮੋਕਸ਼ ਨੂੰ, ਮੁਕਤੀ ਨੂੰ ਪ੍ਰਾਪਤ ਕਰੇਗਾ। ਸੋ ਅਰਦਾਸੀਆ ਜੋਗ ਹੈ ਤਾਂ ਕਿ ਪੂਜੈ ਪਾਏ। ਉਹ ਹੀ ਅਰਦਾਸੀਆ ਜੁੜਿਆ ਹੋਇਆ ਹੈ। ਮਹਾਰਾਜ ਕਹਿੰਦੇ ਉਹਦੇ ਭਾਈ ਚਰਨ ਪੂਜਣੇ ਚਾਹੀਦੇ ਹੈ। ਜਿਹੜਾ ਸ਼ਰਧਾ ਨਾਲ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕਰਦਾ ਹੈ, ਜੁੜਿਆ ਹੋਇਆ ਅਰਦਾਸੀਆ ਉਹੀ ਹੈ ਜਿਹਦੇ ਮਨ ਅੰਦਰ ਸਤਿਗੁਰੂ ਜੀ ਦੇ ਉੱਪਰ ਨਿਸ਼ਚਾ ਹੈ। ਮਹਾਰਾਜ ਜਾਗਦੀ ਜੋਤ ਹਨ। ਸੱਚੇ ਪਾਤਸ਼ਾਹ ਮਹਾਰਾਜ ਅੰਗ ਸੰਗ ਰਹਿੰਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਭਰੋਸਾ ਕਰਕੇ ਅਰਦਾਸ ਕਰਦਾ ਹੈ, ਮਹਾਰਾਜ ਕਹਿੰਦੇ ਉਹ ਜੁੜਿਆ ਹੋਇਆ ਹੈ, ਉਸ ਨੂੰ ਭਾਈ ਮੋਕਸ਼ ਪ੍ਰਾਪਤ ਹੋ ਜਾਂਦਾ। ਉਹਦੇ ਚਰਨ ਪੂਜਣੇ ਚਾਹੀਦੇ ਹਨ। ਸਿੱਖ ਸੁਖੀ ਸੋ ਹੋਏਗਾ 100 ਅਰਦਾਸ ਕਰਾਏ। ਜਿਹੜਾ ਇਹ 101 ਅਰਦਾਸ ਕਰੇਗਾ ਜਾਂ ਕਰਵਾਏਗਾ ਉਹ ਸਿੱਖ ਮਹਾਰਾਜ ਕਹਿੰਦੇ ਸੁਖੀ ਹੋ ਜਾਵੇਗਾ। ਸਤਿਗੁਰ ਹਿਤ ਦਸਵੰਧ ਤੇ ਸਿੱਖੀ ਜੁਗਤ ਰਹਾਏ। ਸਤਿਗੁਰੂ ਜੀ ਦੇ ਹਿਤ ਦਸਵੰਧ ਕੱਢਣਾ ਤੇ ਸਿੱਖੀ ਦੀ ਜੁਗਤੀ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ, ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਦੇਣਾ। ਜੋ ਬਾਬੇ ਕੇ ਦਾਮ ਨਾ ਦੈ ਹੈ ਤਿਨ ਕੇ ਕਹਿ ਬਾਬਰ ਕੇ ਲੈ ਹੈ। ਜਿਹੜੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਨਹੀਂ ਕੱਢਦੇ, ਉਹਨਾਂ ਕੋਲੋਂ ਕੋਈ ਨਾ ਕੋਈ ਢੰਗ ਦੇ ਨਾਲ ਉਹ ਮਾਇਆ ਚਲੀ ਜਾਂਦੀ ਹੈ। ਕੋਈ ਸਤ ਸੰਗਤ ਜੀ ਬਿਪਤਾ ਪੈਂਦੀ ਹੈ, ਕੋਈ ਮੁਕੱਦਮਾ ਹੁੰਦਾ ਹੈ, ਕੋਈ ਚੋਰੀ ਹੋ ਜਾਂਦੀ, ਕੋਈ ਬਿਮਾਰੀ ਐਸੀ ਲੱਗ ਜਾਂਦੀ ਹੈ, ਉਹ ਮਾਇਆ ਕੋਲ ਨਹੀਂ ਰਹਿੰਦੀ। ਇਸ ਕਰਕੇ ਆਪਣੀ ਉਸ ਕਮਾਈ ਨੂੰ ਸਫਲ ਕਰਨ ਵਾਸਤੇ ਦਸਵੰਧ ਜਿਹੜਾ ਦੇਣਾ ਹੈ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ ਸਿੱਖੀ ਦੀ ਜੁਗਤ ਮੁਤਾਬਕ ਆਪਣਾ ਜੀਵਨ ਬਤੀਤ ਕਰੇ ਤੇ ਗੁਰੂ ਘਰ ਜ਼ਰੂਰ ਦਸਵੰਧ ਜਿਹੜਾ ਉਹ ਕੱਢਣਾ ਕਰੇ। ਨਾਮ ਦਾਨ ਸਤਨਾਮ ਮੈਂ ਵਰਤੇ ਬੈਸ ਬਤਾਏ। ਨਾਮ ਜਪਦਿਆਂ ਹੋਇਆਂ ਤੇ ਦਾਨ ਕਰਦਿਆਂ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਇਸ਼ਨਾਨ ਕਰਨਾ,
ਨਾਮ, ਦਾਨ, ਇਸ਼ਨਾਨ, ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਮਹਾਰਾਜ ਕਹਿੰਦੇ ਆਪਣੀ ਬੈਸ ਉਮਰ ਜਿਹੜੀ ਆ ਉਹ ਬਿਤਾਉਣਾ ਕਰੇ। ਇਹਨਾਂ ਤਿੰਨਾਂ ਗੁਣਾਂ ਨੂੰ ਸਾਰੀ ਹੀ ਉਮਰ ਧਾਰਨ ਕਰਕੇ ਰੱਖੇ ਕਿ ਨਾਮ ਜ਼ਰੂਰ ਜਪਣਾ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ ਹੈ, ਫਿਰ ਜਿੱਥੇ ਜਥਾ ਸ਼ਕਤ ਲੋੜ ਹੋਵੇ ਉੱਥੇ ਜ਼ਰੂਰ ਦਾਨ ਵੀ ਕਰਨਾ ਚਾਹੀਦਾ ਏ, ਕਿਉਂਕਿ ਮਹਾਰਾਜ ਕਹਿੰਦੇ ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਉਪਦੇਸ਼ ਹੈ। ਮਹਾਰਾਜ ਕਹਿੰਦੇ ਨੇ ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰੇ, ਫਿਰ ਦਾਨ ਪੁੰਨ ਕਰੇ, ਫਿਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਕਿ ਮਨ ਦੇ ਅੰਦਰ ਗੁਰੂ ਸਾਹਿਬ ਜੀ ਦਾ ਧਿਆਨ ਕਰੇ। ਇਹ ਤਿੰਨ ਗੁਣ ਧਾਰਨ ਕਰੇ, ਨਾਮ, ਦਾਨ ਤੇ ਇਸ਼ਨਾਨ। ਇਹਨਾਂ ਤਿੰਨਾਂ ਗੁਣਾਂ ਦਾ ਹੀ ਸਿੱਖ ਧਾਰਨੀ ਹੋਵੇ, ਆਪਣੀ ਉਮਰ ਇਹਨਾਂ ਤਿੰਨਾਂ ਗੁਣਾਂ ਵਿੱਚ ਬਤੀਤ ਕਰਨਾ ਕਰੇ। ਪਰ ਨਾਰੀ ਧਨ ਛੂਟ ਕੈ ਨਿਸ਼ਚਾ, ਗੁਰ ਪਦ ਸ਼ਰਨ। ਪਰਾਈ ਇਸਤਰੀ ਤੇ ਪਰਾਏ ਧਨ ਨੂੰ ਛੱਡ ਕਰਕੇ ਗੁਰੂ ਦੇ ਚਰਨਾਂ ਦੇ ਉੱਤੇ ਨਿਸ਼ਚਾ ਰੱਖੇ। ਮਹਾਰਾਜ ਹਰ ਥਾਂ ਤੇ ਵੇਖਦੇ ਹਨ, ਹਾਜ਼ਰ ਨਾਜ਼ਰ ਹਨ। ਪਰਾਇਆ ਧਨ ਤੇ ਪਰ ਇਸਤਰੀ ਨੂੰ ਤਿਆਗ ਦੇਵੇ। ਬਾਣੀ ਸਤਿਗੁਰ ਕੀ ਪੜੈ, ਕਾਟੈ ਜਨਮਾ ਮਰਨ। ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜੇ, ਜਿਸ ਕਰਕੇ ਉਸ ਦੇ ਜੰਮਣ ਤੇ ਮਰਨ ਕੱਟੇ ਜਾਣਗੇ। ਜੋ ਪਈ ਭੱਦਨ ਨਾਮ ਸਿੱਖ ਨਹਿ ਕਰੇ। ਮਹਾਰਾਜ ਕਹਿੰਦੇ ਸਾਡਾ ਸਿੱਖ ਹੋਵੇ ਤੇ ਕਦੇ ਵੀ ਆਪਣੇ ਬੱਚੇ ਦਾ ਭੱਦਣ ਨਾ ਕਰਵਾਵੇ। ਭੱਦਣ ਸਾਧ ਸੰਗਤ ਜੀ ਮੁੰਡਣ ਨੂੰ ਵੀ ਕਿਹਾ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਦੱਸਿਆ ਜਾਂਦਾ ਹੈ ਗੁਰਸਿੱਖੀ ਰਹਿਤ ਮੁਤਾਬਕ, ਜਿਹੜੇ ਬੱਚੇ ਰਹਿਤ ਨਹੀਂ ਰੱਖ ਸਕਦੇ, ਛੋਟੇ ਹਨ, ਉਹਨਾਂ ਨੂੰ ਚੂੜਾ ਇੱਕ ਦਿੱਤਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਰਹਿਤ ਰੱਖਣ ਦੇ ਯੋਗ ਹੋ ਜਾਣ ਉਦੋਂ ਪੰਜਾਂ ਪਿਆਰਿਆਂ ਦੇ ਪੇਸ਼ ਕਰਵਾ ਕੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਪ੍ਰਾਪਤ ਕਰਵਾਉਣੀ। ਪਰ ਸਾਧ ਸੰਗਤ ਜੀ ਹਿੰਦੂ ਮਤ ਮੁਤਾਬਕ ਜਦੋਂ ਬੱਚਾ ਇਸ ਪ੍ਰਕਾਰ 8 ਜਾਂ 9 ਸਾਲ ਦਾ ਹੁੰਦਾ ਹੈ, ਉਸ ਸਮੇਂ ਉਹ ਘਰ ਦੇ ਵਿੱਚ ਵੱਡਾ ਜਗਰਾਤਾ ਆਦਿਕ ਜਾਂ ਇਸ ਪ੍ਰਕਾਰ ਜਾਗਰਣ ਕਰਵਾ ਕੇ ਆਪਣੇ ਪੁੱਤਰ ਨੂੰ ਜਨੇਊ ਆਦਿਕ ਧਾਰਨ ਕਰਵਾਉਂਦੇ ਤੇ ਨਾਲੇ ਉਹਦੇ ਸਿਰ ਦੇ ਕੇਸ ਕਤਲ ਕਰਦੇ ਹਨ। ਉਸ ਨੂੰ ਮੁੰਡਣ ਕਿਹਾ ਜਾਂਦਾ ਹੈ, ਭੱਦਣ ਵੀ ਕਿਹਾ ਜਾਂਦਾ ਹੈ। ਇਹ ਭੱਦਣ ਦੀ ਕਿਰਿਆ ਮਹਾਰਾਜ ਕਹਿੰਦੇ ਸਾਡਾ ਸਿੱਖ ਹੋਵੇ ਤੇ ਕਦਾਚਿਤ ਵੀ ਨਾ ਕਰਵਾਵੇ। ਜਿਸ ਸਿੱਖ ਦੇ ਘਰੋਂ ਸਿੱਖੀ ਚਲੀ ਜਾਂਦੀ ਹੈ ਉਸ ਦੀਆਂ ਪੁਸ਼ਤਾਂ ਦੀ ਜੜ ਸੁੱਕ ਜਾਂਦੀ ਹੈ। ਜਿਸ ਦੇ ਘਰ ਵਿੱਚ ਸਿੱਖੀ ਬਹਾਲ ਰਹਿੰਦੀ ਹੈ, ਮਹਾਰਾਜ ਕਹਿੰਦੇ ਭਾਈ ਉਸ ਦੀ ਜੜ ਹਰੀ ਰਹੇਗੀ, ਸਾਡੇ ਨਾਲ ਪਿਆਰ ਉਹਦਾ ਬਣ ਆਵੇਗਾ। ਸਿੱਖ ਹੋਵੇ ਤੇ ਕਦਾਚਿਤ ਵੀ ਭੱਦਣ ਨਾ ਕਰਵਾਵੇ, ਆਪਣੇ ਘਰ ਵਿੱਚ ਕਿਸੇ ਦੇ ਕੇਸ ਨਾ ਕਤਲ ਕਰਵਾਉਣਾ ਕਰੇ। ਬੂਏ ਬੰਦ ਨਹਿ ਰੋਦਨ ਧਰੈ। ਤੇ ਜੇ ਕੋਈ ਸੰਬੰਧੀ ਮਰ ਜਾਵੇ ਤਾਂ ਉਸ ਦੇ ਜਾ ਕਰਕੇ ਅੰਤਮ ਯਾਤਰਾ ਵਿੱਚ ਸਾਡਾ ਸਿੱਖ ਹੋਵੇ ਤਾਂ ਰੋਵੇ ਨਾ, ਕਿਉਂਕਿ ਸਾਧ ਸੰਗਤ ਜੀ ਜਦੋਂ ਕੋਈ ਕੂਕਰ ਗਲਤੀ ਕਰੇ ਨਾ ਤੇ ਉਸ ਦੇ ਮਾਲਕ ਨੂੰ ਲਾਜ ਲੱਗਦੀ ਹੈ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਅਖਵਾਉਨੇ ਆ, ਜਦੋਂ ਕਿਸੇ ਦੀ ਅੰਤਮ ਯਾਤਰਾ ਵਿੱਚ ਜਾਓ ਉੱਥੇ ਰੋਣਾ ਪਿੱਟਣਾ ਤੇ ਤਾਹਾਂ ਮਾਰਨੀਆਂ, ਪਤਾ ਲੱਗ ਜਾਂਦਾ ਅਨਮਤੀਆਂ ਨੂੰ ਕਿ ਸਿੱਖੀ ਦਾ ਇਹਨੇ ਲਿਬਾਸ ਹੀ ਪਾਇਆ ਹੋਇਆ, ਸਿੱਖ ਹੈ ਨਹੀਂਗਾ। ਪਤਾ ਤਾਂ ਉਸ ਸਮੇਂ ਲੱਗਦਾ ਹੈ, ਕਹਿੰਦੇ ਤਾਂ ਹਾਂ ਅਸੀਂ ਮਹਾਰਾਜ ਤੁਹਾਡੇ ਸਿੱਖ ਹਾਂ, ਪਰ ਸਾਧ ਸੰਗਤ ਜੀ ਪਰਖ ਦੀ ਘੜੀ ਵਿੱਚੋਂ ਕੋਈ ਸਤਿਗੁਰੂ ਦੀ ਕਿਰਪਾ ਵਾਲਾ ਹੀ ਪੂਰਾ ਉਤਰਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖਾਲਸਾ ਜੀ, ਜਦੋਂ ਕੋਈ ਸੰਬੰਧੀ ਰਿਸ਼ਤੇਦਾਰ ਚੜਾਈ ਕਰ ਜਾਵੇ, ਉਸ ਦੇ ਚੜਾਈ ਕਰ ਜਾਣ ਤੇ ਕਦਾਚਿਤ ਵੀ ਸਾਡਾ ਸਿੱਖ ਹੋਵੇ ਤਾਂ ਉਹ ਰੋਵੇ ਨਾ। ਬੁਰੇ ਕਰਮ ਤੇ ਆਪ ਬਚਾਏ। ਬੁਰੇ ਕਰਮਾਂ ਤੋਂ ਆਪਣੇ ਆਪ ਨੂੰ ਯਤਨਾਂ ਦੇ ਸਹਿਤ ਬਚਾਵੇ। ਜਿੱਥੇ ਕੋਈ ਬੁਰਾ ਕਰਮ ਹੁੰਦਾ ਹੈ, ਬੁਰਾ ਕੋਈ ਵੇਖਦੇ ਹੋ, ਉੱਥੋਂ ਉਸੇ ਸਮੇਂ ਸਾਡਾ ਸਿੱਖ ਟਾਲਾ ਕਰ ਜਾਵੇ, ਉਸੇ ਸਮੇਂ ਹੀ ਉੱਥੋਂ ਪਾਸੇ ਹਟ ਜਾਵੇ। ਬੁਰੇ ਕਰਮਾਂ ਤੋਂ ਸਦਾ ਹੀ ਆਪਣੇ ਆਪ ਨੂੰ ਬਚਾਉਂਦਾ ਰਹੇ। ਸਭ ਕੁਟੰਬ ਸ਼ੁਭ ਮਾਰਗ ਪਾਏ। ਸਾਰੇ ਹੀ ਪਰਿਵਾਰ ਨੂੰ ਸ਼ੁਭ ਮਾਰਗ ਤੇ ਚਲਾਉਣਾ ਕਰੇ। ਘਰ ਦੇ ਵਿੱਚ ਗੁਰਸਿੱਖ ਜਿਹੜੇ ਸੀ ਪੁਰਾਤਨ ਇਹੋ ਦੀ ਰੀਤੀ ਜਿਹੜੀ ਸੀ ਉਹ ਕਰਦੇ ਸਨ ਕਿ ਜਦੋਂ ਸਭ ਨੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਜਾਣਾ, ਉਦੋਂ ਬਹਿ ਕੇ ਇੱਕ ਜਪਜੀ ਸਾਹਿਬ ਦਾ ਪਾਠ ਸਭ ਇਕੱਠਿਆਂ ਹੋ ਕੇ ਕਰਨਾ, ਜਾਂ ਸ਼ਾਮ ਨੂੰ ਸੋਦਰ ਰਹਿਰਾਸ ਸਾਹਿਬ ਦਾ ਪਾਠ ਇਕੱਠਿਆਂ ਹੋ ਕੇ ਕਰਨਾ। ਤੇ ਗਰਮੀਆਂ ਵਿੱਚ ਸਾਧ ਸੰਗਤ ਜੀ ਆਪਣੇ ਪੰਜਾਬ ਦੇ ਦੇਸ਼ ਅੰਦਰ ਕਈ ਗੁਰਸਿੱਖ ਪਰਿਵਾਰ ਐਸੇ ਆ ਜਿਹੜੇ ਸੌਣ ਤੋਂ ਪਹਿਲਾਂ 2-2 ਘੰਟੇ ਸਾਰੇ ਇਕੱਠੇ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਦੇ ਆ, ਜਾਂ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਆ। ਇਉਂ ਆਪਣੇ ਪਰਿਵਾਰ ਨੂੰ ਵੀ ਸਾਰੇ ਨੂੰ ਸ਼ੁਭ ਮਾਰਗ ਤੇ ਚਲਾਵੇ, ਪਰਿਵਾਰ ਦੇ ਵੀ ਭਲੇ ਵਾਸਤੇ ਸੋਚਣਾ ਕਰੇ। ਫਲ ਨਾ ਵੇਚੀਏ ਅੰਨ ਵਪਾਰ। ਫਿਰ ਮਹਾਰਾਜ ਕਹਿੰਦੇ ਜਿਹੜੇ ਫਲ ਜਿਹੜੇ ਹਨ ਛਕਣ ਦੇ ਕਾਰਜ ਵਾਸਤੇ ਆਉਂਦੇ ਹਨ, ਭਾਵ ਜਿਹੜੇ ਸਤ ਸੰਗਤ ਜੀ ਫਲ ਗੁਰੂ ਘਰ ਵਿੱਚ ਚੜੇ ਹੋਣ,
ਜਾਂ ਕਿਸੇ ਨੇ ਛਕਣ ਵਾਸਤੇ ਦਿੱਤੇ ਹੋਣ ਜਾਂ ਧਰਮ ਅਰਥ ਆਏ ਹੋਣ, ਉਹਨਾਂ ਫਲਾਂ ਨੂੰ ਵੇਚੇ ਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਅੰਨ ਜਿਹੜਾ ਦਾਨ ਪੁੰਨ ਵਾਲਾ ਜਾਂ ਇਤਿਆਦਿਕ ਸਤ ਸੰਗਤ ਜੀ ਕਿਤੇ ਚੜੀ ਹੋਈ ਚੀਜ਼ ਜਿਹੜੀ ਹੈ ਉਹ ਵੇਚਣੀ ਨਹੀਂ ਚਾਹੀਦੀ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ ਕਿ ਗੁਰੂ ਕੇ ਲੰਗਰਾਂ ਦਾ ਅੰਨ ਦਾਣਾ ਜਿਹੜਾ ਨਾ ਵੇਚਣਾ ਨਹੀਂ ਚਾਹੀਦਾ। ਪਰ ਜੇ ਸਤ ਸੰਗਤ ਜੀ ਕੋਈ ਚੀਜ਼ ਬਹੁਤ ਹੋਵੇ, ਉਸ ਦੇ ਪ੍ਰਥਾਏ ਫਿਰ ਕੋਈ ਦੇ ਕਰਕੇ ਹੋਰ ਅੰਨ ਹੀ ਲਿਆ ਕੇ ਗੁਰਦੁਆਰਾ ਸਾਹਿਬ ਪਾ ਦਿੱਤਾ ਜਾਵੇ ਤਾਂ ਉਹਦੇ ਵਿੱਚ ਮਹਾਰਾਜ ਦੀ ਮਨਾਹੀ ਨਹੀਂ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਸਾਡਾ ਸਿੱਖ ਹੋਵੇ ਤਾਂ ਅੰਨ ਜਿਹੜਾ ਹੈ ਕਿਸੇ ਨੇ ਦਾਨ ਵਾਸਤੇ ਦਿੱਤਾ ਹੋਵੇ ਤੇ ਉਸ ਨੂੰ ਵੇਚ ਦੇਵੇ, ਇਹ ਬਹੁਤ ਗਲਤ ਗੱਲ ਹੈ। ਫਿਰ ਸਤ ਸੰਗਤ ਜੀ ਜਿਹੜੇ ਕਿਤੇ ਗੁੱਗਿਆਂ ਦੇ ਜਗਾਵਾਂ ਦੇ ਆਦਿਕ ਕੋਈ ਝਾੜੂ ਆਦਿਕ ਚੜ੍ਹਦੇ ਆ ਜਾਂ ਕਿਤੇ ਲੂਣ ਆਦਿਕ ਚੜ੍ਹਦਾ ਹੈ, ਕਿਤੇ ਤੇਲ ਹੀ ਚੜੀ ਜਾਂਦਾ ਹੈ, ਜਿਹੜੀਆਂ ਇਹੋ ਜੀਆਂ ਥਾਵਾਂ ਤੇ ਚੜਿਆ ਹੋਇਆ ਲੂਣ ਤੇਲ ਝਾੜੂ ਜਾਂ ਕੋਈ ਵੀ ਪ੍ਰਸ਼ਾਦ ਕਦੇ ਸਿੱਖ ਲੈ ਕੇ ਵਰਤੇ ਨਾ। ਇਹ ਗੁਰੂ ਸਾਹਿਬ ਦਾ ਹੁਕਮ ਹੈ। ਇੱਕ ਵਾਰ ਸਾਧ ਸੰਗਤ ਜੀ ਜਥੇ ਦੇ ਸਿੰਘ ਸਨ, ਕਿਸੇ ਇਲਾਕੇ ਵਿੱਚ ਕੋਈ ਪੀਰ ਦੀ ਜਗ੍ਹਾ ਸੀ ਤੇ ਉੱਥੇ ਲੂਣ ਤੇ ਇਸ ਪ੍ਰਕਾਰ ਜਿਹੜੇ ਝਾੜੂ ਸਨ ਉਹ ਬਹੁਤ ਚੜ੍ਹਦੇ ਸਨ। ਸਿੰਘਾਂ ਨੂੰ ਉਹ ਜਾਣਦੇ ਸਨ। ਉੱਥੋਂ ਦੇ ਮਜੌਰ ਕਹਿਣ ਲੱਗੇ ਸਾਡੇ ਕੋਲ ਲੂਣ ਬੜਾ ਹੈ। ਸਿੰਘ ਥੋੜੇ ਜਿਹੇ ਉਹ ਵਿਚਾਰੇ ਇਸ ਪ੍ਰਕਾਰ ਨਹੀਂ ਸੀ ਜਾਣੂ ਇਸ ਗੱਲ ਤੋਂ, ਤਾਂ ਗੱਡੀ ਭਰ ਕੇ ਨਾ ਲੂਣ ਦੀ ਤੇ ਝਾੜੂ ਦੀਆਂ ਉਹ ਲੈ ਕਰਕੇ ਗੁਰਦੁਆਰਾ ਸਾਹਿਬ ਆ ਗਏ ਮਹਿਤਾ ਸਾਹਿਬ। ਤੇ ਮਹਾਂਪੁਰਖਾਂ ਨੇ ਸੈਰ ਕਰਦਿਆਂ ਹੋਇਆਂ ਵਿਚਰ ਰਹੇ ਸਨ। ਸ਼ਾਮ ਦੇ ਵਕਤ ਵੇਖਿਆ ਇੰਨਾ ਲੂਣ ਕਿੱਥੋਂ ਲੈਣ ਦਾ ਇੱਕਦਮ, ਤਾਂ ਵੇਖ ਕੇ ਪੁੱਛਿਆ ਜਿਹੜਾ ਪ੍ਰਬੰਧਕ ਸਿੰਘ ਸੀ, ਉਸਨੇ ਸਗੋਂ ਆਪਣੇ ਵੱਲੋਂ ਬੜੇ ਖੁਸ਼ ਹੋ ਕੇ ਕਿ ਮਹਾਂਪੁਰਖ ਬੜੇ ਖੁਸ਼ ਹੋਣਗੇ ਕਿ ਇੰਨਾ ਲੂਣ ਲੈਣ ਦੇ, ਚਲੋ ਲੰਗਰ ਵਿੱਚ ਲੱਗੇਗਾ। ਮਹਾਂਪੁਰਖ ਕਹਿਣ ਲੱਗੇ ਇੱਕ ਵੀ ਗੁੱਥੀ ਖੋਲ ਕੇ ਲੰਗਰ ਵਿੱਚ ਨਹੀਂ ਪਾਉਣੀ, ਇਹ ਕੋਈ ਝਾੜੂ ਵੀ ਇਹਨਾਂ ਦਾ ਇੱਥੇ ਨਹੀਂ ਵਰਤਣਾ। ਇਸ ਪ੍ਰਕਾਰ ਕਿਤੋਂ ਵੀ ਲਿਆਂਦਾ ਹੋਇਆ ਹੋਰ ਚੜਿਆ ਪ੍ਰਸ਼ਾਦ ਮਹਾਰਾਜ ਨੇ ਕਿਹਾ ਜਹਾਂ ਤਹਾਂ ਕਾ ਖਾਏ ਪ੍ਰਸਾਦ, ਮੇਰਾ ਸਿੰਘ ਨਹੀਂ ਆਦ ਜੁਗਾਦ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤਨਾਮਿਆਂ ਵਿੱਚ ਬਚਨ ਨੇ। ਕਿਤੇ ਸਤ ਸੰਗਤ ਜੀ ਸੀਤਲਾ ਦਾ ਜਜਿਆ ਹੋਇਆ ਮੰਦਰ ਮਸੀਤਾਂ ਵਿੱਚੋਂ ਲੈ ਕਰਕੇ ਜਿਹੜਾ ਜਲ ਵਰਤਾਉਂਦੇ ਆ, ਪਾਣੀ ਆਦਿਕ ਵਰਤਾਉਂਦੇ ਆ, ਕਿਸੇ ਪ੍ਰਕਾਰ ਦਾ ਪ੍ਰਸ਼ਾਦ ਨਾ ਖਾਵੇ। ਤੇ ਨਾ ਹੀ ਮਹਾਰਾਜ ਕਹਿੰਦੇ ਨੇ ਅੰਨ ਦਾਣਾ ਜਿਹੜਾ ਪੁੰਨ ਦਾ ਕੀਤਾ ਹੋਇਆ ਦਾਨ ਕੀਤਾ ਹੋਇਆ ਉਸ ਨੂੰ ਵੇਚੇ ਨਾ। ਇਹ ਤੇ ਆਦਿਕ ਮਹਾਰਾਜ ਕਹਿੰਦੇ ਨੇ ਜਿਹੜਾ ਪਸ਼ੂਆਂ ਦੇ ਖਾਣ ਵਾਸਤੇ ਘਾਹ ਆਦਿਕ ਹੁੰਦਾ ਹੈ ਉਹ ਵੀ ਜੇ ਕਿਤੇ ਗੁਰੂ ਘਰ ਚੜਿਆ ਹੋਵੇ ਤਾਂ ਉਸ ਨੂੰ ਵੇਚੇ ਨਾ। ਫਿਰ ਮਹਾਰਾਜ ਕਹਿੰਦੇ ਚੰਮ ਆਦਿਕ ਦਾ ਵਪਾਰ ਸਾਡਾ ਸਿੱਖ ਕਦਾਚਿਤ ਵੀ ਨਾ ਕਰਨਾ ਕਰੇ। ਕਰਮ ਨਾ ਦੇਈ ਨੀਚ ਝੰਡਾ, ਕਰਜ ਨਾ ਦੇਈ ਨੀਚ ਚੰਡਾਲ। ਕਰਜ਼ਾ ਦੇਣਾ ਤੇ ਲੈਣਾ ਮਹਾਰਾਜ ਜੀ ਨੇ ਮਨਾ ਕੀਤਾ ਹੋਇਆ। ਪਰ ਮਹਾਰਾਜ ਕਹਿੰਦੇ ਜੇ ਕੋਈ ਮਦਦ ਵਾਸਤੇ ਨੀਚ ਤੇ ਚੰਡਾਲ ਜਿਹੜਾ ਨਾ ਉਹ ਆ ਕਰਕੇ ਤੁਹਾਡੇ ਕੋਲੋਂ ਮੰਗੇ ਤਾਂ ਕਦਾਚਿਤ ਉਸ ਨੂੰ ਪਰਉਪਕਾਰ ਵਾਸਤੇ ਵੀ ਪੈਸਾ ਨਹੀਂ ਦੇਣਾ। ਕਿਉਂਕਿ ਸਤ ਸੰਗਤ ਜੀ ਚੰਡਾਲ ਨੇ ਤਾਂ ਕਿਸੇ ਨਾ ਕਿਸੇ ਗਊ ਦਾ ਕਤਲ ਕਰਨਾ ਹੈ, ਕਿਸੇ ਨਾ ਕਿਸੇ ਨੂੰ ਮਾਰਨਾ ਹੈ। ਤੁਹਾਡੇ ਦਿੱਤੀ ਹੋਈ ਮਦਦ ਦੇ ਨਾਲ ਉਹ ਗਊ ਖਰੀਦ ਕੇ ਉਸ ਦੀ ਚਮੜੀ ਉਧੇੜ ਕੇ ਜਦੋਂ ਕਿਸੇ ਥਾਂ ਤੇ ਵੇਚ ਦੇਵੇਗਾ ਤੁਹਾਨੂੰ ਵੀ ਓਨਾ ਹੀ ਪਾਪ ਨਾਲ ਲੱਗੇਗਾ। ਇਸ ਕਰਕੇ ਮਹਾਰਾਜ ਕਹਿੰਦੇ ਨੀਚ ਨੂੰ ਚੰਡਾਲ ਨੂੰ ਕਦਾਚਿਤ ਵੀ ਮਦਦ ਵਾਸਤੇ ਵੀ ਪੈਸਾ ਨਾ ਦੇਵੋ। ਵੇਸ਼ਵਾ ਨਾਰੀ ਰਹਿਣ ਨਹਿ ਸਾਲ। ਫਿਰ ਮਹਾਰਾਜ ਕਹਿੰਦੇ ਇਸਤਰੀ ਵੇਸ਼ਵਾ ਹੋਵੇ ਤਾਂ ਉਸ ਦੇ ਕੋਲੋਂ ਕਦੇ ਉਹਨੂੰ ਆਪਣਾ ਰਿਣੀ ਨਾ ਬਣਾਵੇ ਤੇ ਨਾ ਹੀ ਉਹਦਾ ਰਿਣੀ ਬਣੇ। ਕਦਾਚਿਤ ਵੀ ਉਸ ਕੋਲੋਂ ਕੋਈ ਪਦਾਰਥ ਲਵੇ ਨਾ ਤੇ ਨਾ ਹੀ ਉਹਨੂੰ ਕਦਾਚਿਤ ਕੋਈ ਪਦਾਰਥ ਦੇਵੇ। ਕਾਹੂ ਸਿਓ ਝਗੜਾ ਨਹਿ ਮੰਡੂ। ਕਦਾਚਿਤ ਕਿਸੇ ਨਾਲ ਮਹਾਰਾਜ ਕਹਿੰਦੇ ਝਗੜਾ ਨਾ ਕਰੋ। ਤੇ ਜੇ ਕੋਈ ਝਗੜਾ ਆ ਕੇ ਗਾਲੀ ਪੈ ਜਾਵੇ ਫਿਰ ਮਹਾਰਾਜ ਕਹਿੰਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਸਾਡਾ ਸਿੱਖ ਦੇਵੇ। ਜੇ ਕੋਈ ਇਸ ਪ੍ਰਕਾਰ ਜਿੰਨਾ ਬਚਿਆ ਜਾਂਦਾ ਹੈ ਓਨਾ ਹੀ ਝਗੜੇ ਤੋਂ ਬਚੇ ਰਹੋ, ਪਾਸੇ ਰਹੋ, ਝਗੜਾ ਨਾ ਕਿਸੇ ਨਾਲ ਕਰੋ। ਬੇਲੋੜੇ ਝਗੜੇ ਵਿੱਚ ਦੁੱਖ ਹੀ ਦੁੱਖ ਹੁੰਦਾ, ਕਦੇ ਸੁੱਖ ਨਹੀਂ ਹੁੰਦਾ। ਪਰ ਜੇ ਕੋਈ ਗਾਲੀ ਆ ਕਰਕੇ ਪੈ ਜਾਵੇ ਤੇ ਫਿਰ ਗਲ ਪਿਆ ਢੋਲ ਵਜਾਉਣ ਵਾਸਤੇ ਫਿਰ ਮਹਾਰਾਜ ਨੇ ਕਿਹਾ ਉਸ ਸਮੇਂ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦੇਵੇ। ਫਿਰ ਸਾਡਾ ਸਿੱਖ ਜਿੰਨਾ ਚਿਰ ਬਚਿਆ ਜਾਂਦਾ ਝਗੜੇ ਤੋਂ ਬਚਿਆ ਰਹੇ। ਰਹਿਤ ਆਪਣੀ ਮੂਲ ਨਾ ਛੱਡੋ। ਮੂਲੋਂ ਹੀ ਆਪਣੀ ਰਹਿਤ ਨੂੰ ਨਹੀਂ ਛੱਡਣਾ। ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹਿਣਾ। ਕਦਾਚਿਤ ਵੀ ਆਪਣੇ ਜੀਵਨ ਦੇ ਉੱਤੇ ਉਂਗਲ ਧਰਨ ਜੋਗਾ ਥਾਂ ਨਾ ਛੱਡਣਾ।
ਇਸ ਪ੍ਰਕਾਰ ਦਾ ਜੀਵਨ ਰੱਖਣਾ। ਮਹਾਰਾਜ ਕਹਿੰਦੇ ਮੂਲੋਂ ਹੀ ਕਦਾਚਿਤ ਵੀ ਰਹਿਤ ਮਰਜ਼ਾਦਾ ਨੂੰ ਨਹੀਂ ਛੱਡਣਾ। ਦੁਰਜਨ ਸੇਤੀ ਪ੍ਰੀਤ ਨਾ ਕਰੋ। ਜਿਹੜਾ ਖੋਟਾ ਪੁਰਸ਼ ਹੁੰਦਾ ਹੈ ਨਾ, ਮਹਾਰਾਜ ਕਹਿੰਦੇ ਉਸ ਨਾਲ ਵੀ ਪ੍ਰੀਤ ਨਾ ਕਰੋ। ਜੇ ਮਹਾਰਾਜ ਇਸ ਪ੍ਰਕਾਰ ਵੇਸ਼ਵਾ ਤੋਂ ਵਰਜਦੇ ਹਨ ਤੇ ਮਹਾਰਾਜ ਖੋਟੇ ਪੁਰਸ਼ ਤੋਂ ਵੀ ਵਰਜਦੇ ਨੇ। ਜਿਹੜੇ ਇਸ ਪ੍ਰਕਾਰ ਮੰਦ ਕਰਮ ਕਰਦੇ ਆ, ਭੈੜੇ ਬੋਲ ਬੋਲਦੇ ਆ, ਮਹਾਰਾਜ ਕਹਿੰਦੇ ਜਿਹੜੇ ਖੋਟੇ ਹਨ ਨਾ, ਉਹਨਾਂ ਦਾ ਕਦਾਚਿਤ ਵੀ ਵਸਾ ਨਾ ਕਰੋ ਤੇ ਉਹਨਾਂ ਦੀ ਸੰਗਤ ਨਾ ਕਰਨਾ ਕਰੋ। ਹਿਰਦੇ ਰੋਜ਼ ਕਾਮ ਪਰ ਹਰੋ। ਤੇ ਹਿਰਦੇ ਦੇ ਅੰਦਰੋਂ ਕ੍ਰੋਧ ਨੂੰ ਅਤੇ ਕਾਮ ਨੂੰ ਪਰ ਹਰੋ, ਨਾਸ ਕਰ ਦਿਓ। ਚਿੱਤ ਵਿੱਚ ਕ੍ਰੋਧ ਨਾ ਆਉਣ ਦਿਓ, ਚਿੱਤ ਵਿੱਚ ਕਾਮ ਦਾ ਫੁਰਨਾ ਨਾ ਆਉਣ ਦੇਵੋ। ਕਿਉ ਮਾਰਗ ਮੈਂ ਬੈਠੇ ਨਾਹੀਂ। ਜਿੱਥੇ ਚੁਰਸਤਾ ਹੋਵੇ ਮਹਾਰਾਜ ਕਹਿੰਦੇ ਸਾਡਾ ਸਿੱਖ ਉੱਥੇ ਨਾ ਬੈਠੇ। ਸਾਧ ਸੰਗਤ ਜੀ, ਚੁਰਸਤੇ ਵਿੱਚ ਬੈਠਣ ਦੇ ਕਈ ਕਾਰਨ ਹਨ ਜਿਸ ਕਰਕੇ ਮਹਾਰਾਜ ਸਾਹਿਬ ਜੀ ਨੇ ਰੋਕਿਆ ਹੈ। ਗਰੀਬ ਨਵਾਜ ਸਤਿਗੁਰੂ ਕਹਿੰਦੇ ਚੁਰਸਤੇ ਦੇ ਵਿੱਚ ਸਾਡਾ ਸਿੱਖ ਕਦਾਚਿਤ ਵੀ ਬੈਠਣਾ ਨਾ ਕਰੇ। ਟੁੱਟਾ ਵਾਸਨ ਮੰਜੀ ਲਾਹੇ। ਟੁੱਟਾ ਬਰਤਨ ਵੀ ਨਹੀਂ ਵਰਤਣਾ ਚਾਹੀਦਾ। ਇਸ ਪ੍ਰਕਾਰ ਟੁੱਟੀ ਹੋਈ ਮੰਜੀ ਨੂੰ ਵੀ ਮਹਾਰਾਜ ਕਹਿੰਦੇ ਸਾਡਾ ਸਿੱਖ ਵਰਤੇ ਨਾ। ਜਦੋਂ ਕਿਤੇ ਬਹਿਣ ਲੱਗੇ ਸਤ ਸੰਗਤ ਜੀ, ਇੱਥੇ ਤਾਂ ਆਪਾਂ ਇਸ ਪ੍ਰਕਾਰ ਦੇ ਸਾਧਨ ਬਣਾਏ ਹੋਏ ਐ ਕਿ ਜਿਨ੍ਹਾਂ ਉੱਤੇ ਅਸੀਂ ਰੋਜ਼ ਬਹਿਨੇ ਆ, ਸਾਡੀ ਆਦਤ ਬਣੀ ਹੋਈ ਹੈ। ਪਰ ਜਦੋਂ ਵੀ ਕਿਤੇ ਓਪਰੇ ਥਾਂ ਤੇ ਜਾਵੇ ਤਾਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਬਹਿਣ ਲੱਗਿਆ ਉਸ ਆਸਣ ਨੂੰ ਪਹਿਲੋਂ ਪਰਖ ਲਵੇ ਕਿ ਇਹ ਢਿੱਲਾ ਤੇ ਨਹੀਂ। ਇਸ ਪ੍ਰਕਾਰ ਜੇ ਮੰਜੇ ਉੱਤੇ ਬਵੇ ਜਾਂ ਕਿਸੇ ਆਸਣ ਉੱਤੇ ਬਵੇ, ਪਰ ਉਸ ਆਸਣ ਨੂੰ ਪਹਿਲੋਂ ਪਰਖ ਲਵੇ। ਟੁੱਟੇ ਹੋਏ ਬਰਤਨ ਨੂੰ ਵਰਤੋਂ ਵਿੱਚ ਨਾ ਲਿਆਵੇ ਤੇ ਇਸ ਪ੍ਰਕਾਰ ਟੁੱਟੇ ਹੋਏ ਆਸਣ ਤੇ ਟੁੱਟੀ ਹੋਈ ਮੰਜੀ ਤੇ ਨਾ ਬਹਿਣਾ ਕਰੇ। ਦਾਤਨ ਸੋ ਨਕ ਦੇ ਤਿਰਤਾਏ। ਫਿਰ ਸਾਧ ਸੰਗਤ ਜੀ, ਦੰਦਾਂ ਦੇ ਨਾਲ ਮਹਾਰਾਜ ਕਹਿੰਦੇ ਆਪਣੇ ਨਹੁੰਆਂ ਨੂੰ ਨਾ ਛੇਦੇ। ਕਈ ਐਸੀ ਆਦਤ ਦੇ ਮਜਬੂਰ ਹੁੰਦੇ ਆ, ਆਪਣੇ ਹੱਥਾਂ ਨੂੰ ਨਾ ਮੂੰਹ ਵਿੱਚ ਲੈ ਕਰਕੇ ਤੇ ਨਿੱਕੇ ਨਿੱਕੇ ਜਿਹੜੇ ਨਹੁੰ ਹੈ ਉਹਨਾਂ ਨੂੰ ਦੰਦਾਂ ਥੱਲੇ ਲੈ ਲੈ ਕੇ ਕੱਟਦੇ ਰਹਿੰਦੇ ਆ। ਮਹਾਰਾਜ ਕਹਿੰਦੇ ਇਸ ਨਾਲ ਬਹੁਤ ਭੈੜੀਆਂ ਬਿਮਾਰੀਆਂ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਸ ਕਰਕੇ ਦੰਦਾਂ ਦੇ ਨਾਲ ਕਦੇ ਆਪਣੇ ਨਹੁੰਆਂ ਨੂੰ ਨਾ ਛੇਦੇ। ਭਾਵ ਨਹੁੰ ਕੱਟਣੇ ਹਨ ਤਾਂ ਹੋਰ ਸਾਧਨ ਹਨ ਜਿਨ੍ਹਾਂ ਨਾਲ ਨਹੁੰ ਕੱਟੇ ਜਾ ਸਕਦੇ ਆ, ਪਰ ਆਪਣੇ ਦੰਦਾਂ ਥੱਲੇ ਲੈ ਕਰਕੇ ਆਪਣੀਆਂ ਉਂਗਲਾਂ ਨੂੰ ਮੂੰਹ ਵਿੱਚ ਪਾ ਕਰਕੇ ਜਿਹੜੇ ਨਹੁੰ ਹਨ ਇਹ ਨਹੀਂ ਛੇਦਣੇ ਚਾਹੀਦੇ, ਨਹੀਂ ਕੱਟਣੇ ਚਾਹੀਦੇ। ਉਰਦ ਸਵਾਸ ਧੋਇਆ ਦਾ ਖਪਾਏ। ਫਿਰ ਸਾਧ ਸੰਗਤ ਜੀ, ਲੰਮਾ ਜਿਹਾ ਸਾਹ ਲੈ ਕਰਕੇ ਜਿਹੜੇ ਕਹਿਣਾ ਹਾਏ ਮਰ ਗਏ, ਮਹਾਰਾਜ ਕਹਿੰਦੇ ਇਹ ਵੀ ਸਾਡਾ ਸਿੱਖ ਕਦਾਚਿਤ ਵੀ ਨਾ ਕਰੇ। ਉਰਦ ਸਵਾਸ ਧੋਏ ਆ ਦਾਗ ਪਾਏ। ਮਹਾਰਾਜ ਕਹਿੰਦੇ ਉਰਦ ਸਵਾਸ, ਲੰਮਾ ਸਾਹ ਖਿੱਚ ਕਰਕੇ ਹਾਏ ਨਾ ਕਰੇ, ਇਸ ਪ੍ਰਕਾਰ ਧਾ ਨਾ ਮਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਹੱਥ ਪੈਰ ਵੀ ਅੱਧੇ ਨਾ ਧੋਵੇ। ਕਈ ਹੱਥ ਪੈਰ ਧੋਣ ਲੱਗਿਆਂ ਸੰਕੋਚ ਜਿਹਾ ਕਰਦੇ ਆ। ਸਾਧ ਸੰਗਤ ਜੀ, ਉਹ ਪਿਛਲੇ ਜਨਮ ਵਿੱਚ ਜਿਹੜੇ ਇੰਨਾ ਪਾਣੀ ਤੋਂ ਡਰਦੇ ਆ, ਇਹ ਵੀ ਦੱਸਿਆ ਹੈ ਸ਼ਾਸਤਰਾਂ ਦੇ ਵਿੱਚ ਕਿ ਉਹ ਅਮਲੀ ਹੁੰਦੇ ਆ, ਤਾਂ ਕਰਕੇ ਉਹ ਨਾ ਪਾਣੀ ਤੋਂ ਬਹੁਤ ਭੈ ਕਰਦੇ ਹੁੰਦੇ ਆ। ਮਹਾਰਾਜ ਨੇ ਕਿਹਾ ਕਿ ਆਪਣੇ ਹੱਥਾਂ ਨੂੰ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੇ। 5 ਇਸ਼ਨਾਨਾਂ ਕਰਨਾ ਤਾਂ ਚੰਗੀ ਤਰ੍ਹਾਂ ਕਰੇ। ਕਈ ਅੱਗੋਂ ਉਂਗਲਾਂ ਜੀਆਂ ਧੋ ਕੇ ਲੰਗਰ ਵਿੱਚ ਲੱਗ ਜਾਂਦੇ ਆ ਜੀ, ਮੈਂ ਹੱਥ ਧੋ ਲਏ ਆ। ਇਸ ਪ੍ਰਕਾਰ ਮਹਾਰਾਜ ਕਹਿੰਦੇ ਗੁਰਦੁਆਰਾ ਸਾਹਿਬ ਆਵੇ ਤਾਂ ਇਹ ਨਹੀਂ ਕਿ ਪੈਰ ਮਾੜੇ ਜੇ ਚਰਨ ਗੰਗਾ ਵਿੱਚ ਛੁਹਾਵੇ। ਇੱਥੇ ਤਾਂ ਚਰਨ ਗੰਗਾ ਘੱਟ ਹੁੰਦੀਆਂ, ਪਰ ਸਤ ਸੰਗਤ ਜੀ, ਇੰਡੀਆ ਵਿੱਚ ਜਿਸ ਗੁਰਦੁਆਰੇ ਸਾਹਿਬ ਵੀ ਤੁਸੀਂ ਜਾਓ ਚਰਨ ਗੰਗਾ ਬਣੀ ਹੁੰਦੀ ਹੈ। ਚੰਗੀ ਤਰ੍ਹਾਂ ਪੈਰ ਧੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਠੰਡੇ ਸਵਾਸ ਲੈ ਕੇ ਹੌਕੇ ਨਾ ਭਰੇ ਅਤੇ ਹੱਥ ਪੈਰ ਚੰਗੀ ਤਰ੍ਹਾਂ ਧੋਣਾ ਕਰੇ। ਆਵਤ ਬੇਰ ਹਸੇ ਬਕਵਾਦ। ਫਿਰ ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਦਿਆਂ ਹੋਇਆਂ ਹੱਸੇ ਨਾ ਤੇ ਬਕਵਾਦ ਜਿਹੜੀਆਂ ਵਕਤੀ ਗੱਲਾਂ ਹਨ, ਜਿਹੜੀਆਂ ਬਿਨਾਂ ਮਤਲਬ ਤੋਂ ਗੱਲਾਂ ਹਨ, ਖਾਂਦਿਆਂ ਹੋਇਆਂ ਇਹਨਾਂ ਗੱਲਾਂ ਨੂੰ ਨਾ ਕਰੇ। ਜਦੋਂ ਪ੍ਰਸ਼ਾਦਾ ਛਕ ਰਿਹਾ ਹੋਵੇ, ਇੱਕ ਤਾਂ ਹੱਸੇ ਨਾ, ਦੂਸਰਾ ਮਹਾਰਾਜ ਕਹਿੰਦੇ ਖਾਲਸਾ ਜੀ ਉਸ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਭੋਜਨ ਪਿੱਛੇ ਪੇਟ ਨਾ ਥਾਪ। ਫਿਰ ਭੋਜਨ ਛਕ ਕਰਕੇ ਕਈ ਆਪਣੇ ਪੇਟ ਨੂੰ ਥਾਪਣ ਲੱਗ ਪੈਂਦੇ, ਉੱਤੇ ਹੱਥ ਮਾਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਭੋਜਨ ਖਾ ਕੇ ਖਾਲਸਾ ਜੀ ਕਦੇ ਪੇਟ ਨੂੰ ਨਹੀਂ ਥਾਪੜਨਾ ਹੈ। ਰੋਵੇ ਹੱਸੇ ਨਾ ਕਬ ਗੁਰ ਆਗੇ। ਗੁਰੂ ਸਾਹਿਬ ਜੀ ਦੇ ਅੱਗੇ ਆ ਕਰਕੇ ਬਿਨਾਂ ਹੀ ਲੋੜ ਤੋਂ ਰੋਵੇ ਨਾ ਤੇ ਹੱਸੇ ਨਾ। ਗੁਰੂ ਸਾਹਿਬ ਦੇ ਹਜ਼ੂਰ ਆ ਕਰਕੇ ਬਾਣੀ ਸੁਣਦਿਆਂ ਬੈਰਾਗ ਦੇ ਅਥਰੂ ਆ ਜਾਣੇ ਹੋਰ ਗੱਲ ਹਨ ਸਾਧ ਸੰਗਤ ਜੀ। ਜਾਂ ਕੋਈ ਇਸ ਪ੍ਰਕਾਰ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹੀ ਹਾਸਾ ਆ ਜਾਣਾ, ਇਹ ਕੋਈ ਹੋਰ ਗੱਲ ਹੈ। ਪਰ ਆਪਣੀਆਂ ਮਜਬੂਰੀਆਂ ਖਾਤਰ ਜਾਂ ਕੋਈ ਸਾਧ ਸੰਗਤ ਜੀ ਬਿਨਾਂ ਕਿਸੇ ਹੋਰ ਫੁਰਨੇ ਨੂੰ ਯਾਦ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਹੱਸ ਪੈਣਾ ਤੇ ਗੁਰੂ ਸਾਹਿਬ ਦੇ ਸਾਹਮਣੇ ਬਿਨਾਂ ਕਾਰਨ ਤੋਂ ਆਪਣੇ ਦੁੱਖਾਂ ਕਰਕੇ ਰੋਣ ਲੱਗ ਪੈਣਾ,
ਇਹ ਸਤਿਗੁਰੂ ਕਹਿੰਦੇ ਨੇ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਹੁੰਦਾ। ਗੁਰੂ ਸਾਹਿਬ ਦੇ ਸਾਹਮਣੇ ਆ ਕਰਕੇ ਬੇਲੋੜੀਆਂ ਗੱਲਾਂ ਨੂੰ ਯਾਦ ਕਰਕੇ ਹੱਸੇ ਨਾ ਜਾਂ ਉੱਚੀ ਬੋਲੇ ਨਾ ਸੱਚੇ ਪਾਤਸ਼ਾਹ ਦੇ ਸਾਹਮਣੇ, ਤੇ ਗੁਰੂ ਸਾਹਿਬ ਦੇ ਸਾਹਮਣੇ ਇਵੇਂ ਰੋਣਾ ਨਾ ਕਰੇ। ਲਖਮੀ ਨਾਜ ਦਰਿਦਰੀ ਪਾਗੈ। ਮਹਾਰਾਜ ਕਹਿੰਦੇ ਜਿਹੜਾ ਰੋਵੇਗਾ ਬਿਨਾਂ ਕਾਰਨ ਤੋਂ ਹੱਸੇਗਾ ਗੁਰੂ ਸਾਹਿਬ ਦੇ ਸਾਹਮਣੇ, ਉਹਦੇ ਕੋਲੋਂ ਲੱਛਮੀ ਨਾਸ ਹੋ ਜਾਵੇਗੀ, ਮਾਇਆ ਨਹੀਂ ਰਹੇਗੀ, ਪਦਾਰਥ ਉਹਦੇ ਕੋਲ ਨਹੀਂ ਰਹਿਣਗੇ, ਦਰਿਦਰੀ ਪਾਗੈ, ਅਤ ਗਰੀਬ ਹੋ ਜਾਵੇਗਾ। ਸੰਸਾਰ ਵਿੱਚ ਮਸਾਂ ਹੀ ਉਸ ਨੂੰ ਜ਼ੋਰ ਲਾ ਲਾ ਕਰਕੇ ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ। ਫਿਰ ਇਹੋ ਜੀ ਹਾਲਤ ਹੋਵੇਗੀ, ਦਮੜਾ ਵੀ ਪੱਲੇ ਨਹੀਂ ਪਵੇਗਾ, ਗਰੀਬੀ ਪੱਲੇ ਪੈ ਜਾਵੇਗੀ। ਨਿਮਰਤਾ ਤੋਂ ਨਹੀਂ, ਇੱਥੇ ਸੰਸਾਰ ਦੇ ਪਦਾਰਥਾਂ ਤੋਂ ਗਰੀਬੀ ਮਹਾਰਾਜ ਕਹਿੰਦੇ ਆ। ਲక్ష్ਮੀ ਜਿਹੜੀ ਮਾਇਆ ਉਹਦੇ ਕੋਲੋਂ ਨਾਸ ਹੋ ਜਾਵੇਗੀ ਜੇ ਗੁਰੂ ਕਾ ਅਦਬ ਨਹੀਂ ਰੱਖੇਗਾ। ਮਗ ਮੈਂ ਸਾਇਨ ਰਾਹ ਮੈਂ ਭੋਜ। ਰਸਤੇ ਵਿੱਚ ਜਾਂਦਿਆਂ ਕਦੇ ਸੌਵੇਂ ਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਪ੍ਰਕਾਰ ਦੁਬਾਰਾ ਪੜਿਓ। ਮਗ ਮੈਂ ਸਾਇਨ ਰਾਹ ਮੈਂ ਭੋਜ। ਤੇ ਰਸਤੇ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਵੀ ਨਾ ਛਕੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਥੋਂ ਲੋਕ ਲੰਘ ਰਹੇ ਹੋਣ ਉੱਥੇ ਬਹਿ ਕੇ ਪ੍ਰਸ਼ਾਦਾ ਨਾ ਛਕੇ, ਰਸਤੇ ਦੇ ਵਿੱਚ ਆਰਾਮ ਨਾ ਕਰਨਾ ਕਰੇ। ਮਲ ਮੂਤਰ ਨਾ ਮਗ ਮੈਂ ਰੋਜ। ਜੇ ਇਸ ਪ੍ਰਕਾਰ ਕਿਰਿਆ ਤਿਆਗਣੀ ਹੈ ਤਾਂ ਮਹਾਰਾਜ ਕਹਿੰਦੇ ਉਹ ਵੀ ਰਸਤੇ ਦੇ ਵਿੱਚ ਕਿਰਿਆ ਨਹੀਂ ਕਰਨੀ ਚਾਹੀਦੀ। ਲਾਏ ਬਿਪਰ ਕੋ ਪਾਏ ਨਾ ਛੁਬੈ। ਤੇ ਕਦਾਚਿਤ ਵੀ ਬਾਹਮਣ ਦੇ ਅਤੇ ਗਊ ਦੇ ਪੈਰਾਂ ਨੂੰ ਹੱਥ ਨਾ ਲਾਉਣਾ ਕਰੇ। ਅੰਨ ਭੁਗਤ ਕੀ ਨਿੰਦ ਨਾ ਭਵੈ। ਖਾਏ ਹੋਏ ਭੋਜਨ ਦੀ ਕਦੇ ਨਿੰਦਾ ਨਾ ਕਰੇ। ਦਾਲ ਬੜੀ ਕੌੜੀ ਬਣੀ ਸੀ, ਪ੍ਰਸ਼ਾਦਾ ਕੱਚਾ ਹੀ ਦੇ ਦਿੱਤਾ। ਇਸ ਪ੍ਰਕਾਰ ਅੱਜ ਸਬਜ਼ੀ ਬੜੀ ਕਸੈਲੀ ਬਣੀ ਸੀ। ਮਹਾਰਾਜ ਕਹਿੰਦੇ ਖਾਦੇ ਹੋਏ ਭੋਜਨ ਦੀ ਸਾਡਾ ਸਿੱਖ ਨਿੰਦਾ ਨਾ ਕਰੇ, ਖਾ ਕੇ ਫਿਰ ਨਾ ਕਹੇ ਕਿ ਇਹ ਬਹੁਤ ਮਾੜਾ ਸੀ। ਰਹੇ ਇਕਾਂਤ ਬੈਠ ਘਰ ਧਿਆਨਾ। ਤੇ ਇਕਾਂਤ ਚਿਤ ਹੋ ਕਰਕੇ ਦਿਨ ਦੇ ਵਿੱਚ ਕੁਝ ਸਮਾਂ ਵਾਹਿਗੁਰੂ ਮੰਤਰ ਜਪੇ ਤੇ ਧਿਆਨ ਲਾਉਣਾ ਕਰੇ। ਸੰਗਤੀ ਰੂਪ ਵਿੱਚ ਵੀ ਜਦੋਂ ਕੋਈ ਕੀਰਤਨ ਸੁਣਦੇ ਹੋ ਬਹੁਤ ਜ਼ਰੂਰੀ ਹੈ, ਬਹਿ ਕਰਕੇ ਕਥਾ ਸੁਣਦੇ ਹੋ ਬਹੁਤ ਜ਼ਰੂਰੀ ਹੈ। ਪਰ ਸਾਧ ਸੰਗਤ ਜੀ ਮਹਾਰਾਜ ਦਾ ਹੁਕਮ ਹੈ ਕਿ ਇਕਾਂਤ ਚਿਤ ਹੋ ਕਰਕੇ ਜਦੋਂ ਕੋਈ ਕੋਲ ਨਾ ਹੋਵੇ, ਇਉਂ ਇਕਾਂਤ ਹੋ ਕਰਕੇ ਧਿਆਨ ਲਾਵੇ, ਵਾਹਿਗੁਰੂ ਮੰਤਰ ਦੇ ਸ਼ਬਦ ਦਾ ਧਿਆਨ ਕਰਨਾ ਕਰੇ। ਹਿਰਦੈ ਗਨੇ ਨਾ ਜਤਵਤ ਦਾਨਾ। ਤੇ ਇਸ ਪ੍ਰਕਾਰ ਹਿਰਦੇ ਦੇ ਅੰਦਰ ਦੁਬਾਰਾ ਪੜਿਓ। ਹਿਰਦੈ ਗਨੇ ਨਾ ਚਿਤਵਤ ਨਾਨਾ। ਨਾਨਾ ਪ੍ਰਕਾਰ ਨਾ ਆਪਣੇ ਹਿਰਦੇ ਵਿੱਚ ਚਿਤਵਨੀਆਂ ਕਰੇ ਕਿ ਇਸ ਪ੍ਰਕਾਰ ਪਰਮਾਤਮਾ ਹੈ ਜਾਂ ਨਹੀਂ ਹੈ। ਨਾਨਾ ਪ੍ਰਕਾਰ ਦੀਆਂ ਚਿਤਵਨੀਆਂ ਕਰਨੀਆਂ। ਕਿੱਥੇ ਹੋਏਗਾ ਪਰਮਾਤਮਾ? ਜੇ ਹੋਏਗਾ ਗੁਰਦੁਆਰਾ ਸਾਹਿਬ ਹੀ ਵਾਹਿਗੁਰੂ ਹੁੰਦੇ ਆ, ਹੋਰਨਾਂ ਥਾਵਾਂ ਤੇ ਵੀ ਹੁੰਦੇ ਆ। ਇਸ ਪ੍ਰਕਾਰ ਦੀਆਂ ਨਾਨਾ ਪ੍ਰਕਾਰ ਦੀਆਂ ਚਿਤਵਨੀਆਂ ਨਾ ਕਰੇ। ਨਿਰੰਕਾਰ ਨੂੰ ਇੱਕ ਰੂਪ ਜਾਣ ਲਵੇ ਕਿ ਉਹਦੇ ਤੋਂ ਬਿਨਾਂ ਕੋਈ ਵੀ ਥਾਂ ਖਾਲੀ ਨਹੀਂ ਹੈ। ਉਹ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ, ਹਰ ਥਾਂ ਦੇ ਉੱਤੇ ਮੌਜੂਦ ਹੈ। ਨਾਨਾ ਪ੍ਰਕਾਰ ਦੀ ਬਿਰਤੀ ਨੂੰ ਛੱਡ ਕਰਕੇ ਇੱਕ ਬਿਰਤੀ ਇਹੋ ਜੀ ਧਾਰਨ ਕਰੇ ਕਿ ਇੱਕੋ ਹੀ ਇੱਕ ਨਿਰੰਕਾਰ ਹੈ, ਉਸ ਤੋਂ ਬਿਨਾਂ ਕੋਈ ਨਹੀਂ ਹੈ। ਪਾਵਰ ਨਾਰੀ ਪਰ ਕੀ ਬੁਰੀ। ਤੇ ਪਾਮਰ ਪੁਰਸ਼ ਤੇ ਪਰਾਈ ਇਸਤਰੀ ਤੇ ਬੈਲੀ ਅੱਖ ਨਾਲ ਵੇਖਣਾ ਮਹਾਰਾਜ ਕਹਿੰਦੇ ਬਹੁਤ ਬੁਰਾ ਹੈ। ਇਸ ਪ੍ਰਕਾਰ ਪਾਮਰ ਦੇ ਕੋਲ ਨਹੀਂ ਬਹਿਣਾ, ਪਰ ਇਸਤਰੀ ਦੇ ਨਾਲ ਇਸ ਪ੍ਰਕਾਰ ਮਨ ਦੇ ਮੋਹ ਕਰਕੇ ਨਹੀਂ ਬਹਿਣਾ ਚਾਹੀਦਾ। ਰਾਜਦੂਤ ਕੀ ਮੈਤਰੀ ਛੁਰੀ। ਤੇ ਜਿਹੜਾ ਰਾਜੇ ਦਾ ਇਸ ਪ੍ਰਕਾਰ ਦੂਤ ਹੁੰਦਾ, ਸੂਈਆ ਹੁੰਦਾ, ਮਹਾਰਾਜ ਕਹਿੰਦੀ ਉਹਦੀ ਮਿੱਤਰਤਾ ਸਤਿਗੁਰੂ ਕਹਿੰਦੇ ਛੁਰੀ ਦੀ ਤਰ੍ਹਾਂ ਹੁੰਦੀ ਹੈ। ਕਦੇ ਰਾਜੇ ਦੇ ਸੂਈਏ ਦੀ ਜਿਹੜੇ ਸਰਕਾਰ ਦੀ ਸੂਹ ਕਰਦੇ ਹਨ ਨਾ, ਭਾਵ ਛੂ ਲੈ ਕਰਕੇ CID ਲੈ ਕਰਕੇ ਅੱਗੇ ਦਿੰਦੇ ਹਨ, ਮਹਾਰਾਜ ਕਹਿੰਦੇ ਉਹਦੀ ਮਿੱਤਰਤਾ ਜਿਹੜੀ ਆ ਛੁਰੀ ਦੇ ਬਰਾਬਰ ਹੁੰਦੀ ਹੈ। ਸਗਲ ਰਾਤ ਜਾਗਤ ਨਾ ਰਹੇ। ਸਾਰੀ ਰਾਤ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖ ਜਾਗਦਾ ਨਾ ਰਹੇ। ਸਿਮਰਨ ਕਰਨ ਵਾਸਤੇ ਤਾਂ ਜਾਗੇ, ਪਰ ਮਹਾਰਾਜ ਕਹਿੰਦੇ ਉਵੇਂ ਨਾ ਕਿ ਵਿਹਲਾ ਜਾਗਦਾ ਹੀ ਰਹੇ। ਸਾਰੀ ਰਾਤ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਸਿੱਖ ਜਾਗੇ ਨਾ, ਸਿਮਰਨ ਕਰਦਿਆਂ ਹੋਇਆਂ ਜਾਗੇ। ਤੇ ਮਹਾਰਾਜ ਤਾਂ ਕਹਿੰਦੇ ਆ ਪਿੰਨੀ ਰੈਣੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ RAM ਪਿਆਰੇ। ਉਹਨਾਂ ਦੀ ਬਾਬਤ ਸਤਿਗੁਰੂ ਇਉਂ ਕਹਿੰਦੇ ਆ। ਪਰ ਜੇ ਬੇਲੋੜਾ ਬਿਨਾਂ ਹੀ ਕਿਸੇ ਕੰਮ ਤੋਂ ਗੱਪਾਂ ਮਾਰਦਿਆਂ ਹੋਇਆਂ ਹੀ ਮਹਾਰਾਜ ਕਹਿੰਦੇ ਰਾਤ ਜਾਗਦਾ ਰਹੇ, ਤਾਂ ਬਿਲਕੁਲ ਇਹੋ ਜੀਆਂ ਗੱਲਾਂ ਵਾਸਤੇ ਰਾਤ ਨਾ ਜਾਗਣਾ ਕਰੇ। ਮੈਂ ਤਨ ਬਹੁਤ ਬਾਰ ਨਾ ਗਹਿ। ਤੇ ਆਪਣੇ ਧਰਮ ਵਿੱਚ ਰਹਿੰਦਿਆਂ ਹੋਇਆਂ ਜਿਸ ਇਸਤਰੀ ਨਾਲ ਆਨੰਦ ਕਾਰਜ ਹੋਇਆ, ਵਿਹਾਰ ਕਰਦਿਆਂ ਹੋਇਆਂ ਮਹਾਰਾਜ ਕਹਿੰਦੇ ਗ੍ਰਸਤ ਬਹੁਤ ਵਾਰ ਨਾ ਕਰੇ। ਸੰਜਮ ਰੱਖੇ ਆਪਣੇ ਸਰੀਰ ਦੇ ਉੱਤੇ। ਇਸ ਪ੍ਰਕਾਰ ਕਈ ਸਮੇਂ ਬਾਅਦ ਹੀ ਸੰਬੰਧ ਕਰੇ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਇਸ ਦੇ ਕਰਨ ਕਰਕੇ ਸਰੀਰ ਦੀ ਸ਼ਕਤੀ
ਤੇ ਦਿਮਾਗ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ। ਸਥਲ ਦੂਤ ਅਨਭਿਆਸੀ ਸਿੱਖ। ਫਿਰ ਮਹਾਰਾਜ ਕਹਿੰਦੇ ਜਿਵੇਂ ਰਾਜੇ ਦਾ ਜਿਹੜਾ ਦੂਤ ਹੈ ਉਹ ਸਿਥਲ ਭਾਵ ਕਮਜ਼ੋਰ ਹੋਵੇ ਤਾਂ ਕਿਸੇ ਕੰਮ ਨਹੀਂ ਹੁੰਦਾ, ਤਾਂ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਸਿਥਲ ਨਹੀਂ ਉਹਦੇ ਅੰਦਰ ਕੋਈ ਵੀ ਉਦਮ, ਤਾਂ ਉਹਨੇ ਇਸ ਪ੍ਰਕਾਰ ਸੂਹ ਕੀ ਦੇਣੀ ਹੈ, ਉਹਨੇ ਖਬਰ ਕੀ ਦੇਣੀ ਹੈ। ਇਦਾਂ ਮਹਾਰਾਜ ਕਹਿੰਦੇ ਜਿਹੜਾ ਸਿੱਖ ਅਭਿਆਸ ਤੋਂ ਬਿਨਾਂ ਹੈ, ਭਾਵ ਜਿਹੜਾ ਵਾਹਿਗੁਰੂ ਮੰਤਰ ਦਾ ਜਾਪ ਨਹੀਂ ਕਰਦਾ, ਉਹ ਉਸ ਦੂਤ ਦੇ ਤਰ੍ਹਾਂ ਹੀ ਨਿਕੰਮਾ ਹੈ। ਜਿਹੜਾ ਗੁਰ ਮੰਤਰ ਦਾ ਜਾਪ ਨਾ ਕਰੇ, ਆਪਣਾ ਨਿਤਨੇਮ ਨਾ ਕਰੇ, ਬਾਣੀ ਨਾ ਪੜ੍ਹੇ, ਜਪਜੀ ਸਾਹਿਬ ਦਾ ਪਾਠ ਨਾ ਕਰੇ, ਉਹਦੀ ਹਾਲਤ ਐਸੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਅੱਗੇ ਹੋਰ ਉਪਦੇਸ਼ ਦੇਣਗੇ। ਹੁਣ ਮਹਾਰਾਜ ਜੀ ਫਲ ਵਾਲੇ ਕੋਈ ਬਚਨ ਬਿਸੰਬਰ ਦਾਸ ਦੇ ਤਾਈਂ ਕਰਕੇ ਨਿਹਾਲ ਕਰਨਗੇ ਸਤਿਗੁਰੂ ਜੀ, ਜਿਵੇਂ ਮਹਾਰਾਜ ਬਖਸ਼ਾਂ ਕਰਨਗੇ। ਅੱਗੇ ਸਰਵਣ ਕਰਾਂਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਥਲ ਦੂਤ ਅਨਭਿਆਸੀ ਸਿੱਖ। ਕਾਚਾ ਸੂਕਾ ਤਿਆਗੇ ਆਮਿਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।